ਸਤਿ ਸ਼੍ਰੀ ਅਕਾਲ ਬੱਚਿਓ, 7ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਤੇ ਆਈ ਹੋਪ ਤੁਸੀਂ ਲੈਸਨ ਨੰਬਰ 19 ਦੇ ਦੋਨੋਂ ਸਟੈਂਜਾਸ ਕਾਪੀ ਤੇ ਕਰ ਲਏ ਹੋਣਗੇ। ਤੇ ਅੱਜ ਅਸੀਂ ਕਰਾਂਗੇ ਲੈਸਨ ਨੰਬਰ 20 ਜੋ ਕਿ ਇੱਕ ਕਹਾਣੀ ਹੈ ਔਰ ਜਿਸ ਦਾ ਨਾਮ ਹੈ ਕੁੰਜਾਂ ਨੇ ਉੱਡ ਜਾਣਾ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਨਾਮ ਕਲੀਅਰ ਕਰਦਾ। ਕੁੰਜਾਂ ਕੀ ਚੀਜ਼ ਨੇ? ਕੁੰਜਾਂ ਇੱਕ ਪੰਛੀ ਹੈ, ਪ੍ਰਵਾਸੀ ਪੰਛੀ ਹੈ ਜੋ ਬਾਹਰਲੇ ਦੇਸ਼ ਤੋਂ ਥੋੜ੍ਹੇ ਚਿਰ ਲਈ ਸਾਡੇ ਦੇਸ਼ ਵਿੱਚ ਆਉਂਦਾ ਹੈ ਅਤੇ ਫਿਰ ਆਪਣੇ ਦੇਸ਼ ਵਾਪਸ ਪਰਤ ਜਾਂਦਾ ਹੈ। ਮੌਸਮ ਦੇ ਅਕੋਰਡਿੰਗ ਇਹ ਪੰਛੀ ਜੋ ਆਉਂਦੇ ਹਨ ਅਤੇ ਫਿਰ ਮੌਸਮ ਦੇ ਅਕੋਰਡਿੰਗ ਬਦਲਣ 'ਤੇ ਆਪਣੇ ਦੇਸ਼ ਚਲੇ ਜਾਂਦੇ ਹਨ। ਉਹਨੂੰ ਅਸੀਂ ਕਹਿੰਦੇ ਹਾਂ ਕੁੰਜਾਂ। ਕੁੰਜਾਂ ਨੇ ਉੱਡ ਜਾਣਾ। ਅਤੇ ਇਹਦੇ ਵਿੱਚ ਇਸ ਲੈਸਨ ਦੇ ਅਕੋਰਡਿੰਗ ਕੁੰਜਾਂ ਨੇ ਉੱਡ ਜਾਣਾ ਦਾ ਮਤਲਬ ਹੈ ਵਿਦੇਸ਼ ਵਿੱਚ ਚਲੇ ਜਾਣਾ ਜਾਂ ਵਿਦੇਸ਼ ਵਿੱਚ ਜਾ ਕੇ ਕੋਈ ਕੰਮ ਧੰਦਾ ਕਰਨਾ। ਇਸ ਕਹਾਣੀ ਦੇ ਵਿੱਚ ਦੋ ਦੋਸਤਾਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਇੱਕ ਦਾ ਨਾਮ ਪਾਸ਼ੀ ਹੈ ਅਤੇ ਇੱਕ ਦਾ ਨਾਮ ਛਿੰਦਾ। ਇੱਕ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਆਪਣੇ ਦੇਸ਼ ਵਿੱਚ ਹੀ ਪੜ੍ਹ ਲਿਖ ਕੇ ਆਪਣੇ ਦੇਸ਼ ਵਿੱਚ ਹੀ ਕੰਮ ਕਰਨਾ ਚਾਹੁੰਦਾ ਹੈ। ਅਤੇ ਜੋ ਦੂਜਾ ਦੋਸਤ ਹੈ ਉਹ ਬੇਰੁਜ਼ਗਾਰੀ ਦੇ ਡਰ ਤੋਂ ਪੜ੍ਹ ਲਿਖ ਕੇ ਦੂਜੇ ਦੇਸ਼ ਵਿੱਚ ਜਾਣਾ ਚਾਹੁੰਦਾ ਹੈ ਅਤੇ ਉੱਥੇ ਵਿਦੇਸ਼ੀ ਧਰਤੀ 'ਤੇ ਰਹਿ ਕੇ ਪੈਸਾ ਕਮਾਉਣਾ ਚਾਹੁੰਦਾ ਹੈ। ਤਾਂ ਉਹ ਅਸੀਂ ਕਹਾਣੀ ਪੜ੍ਹਦੇ ਹਾਂ ਅਤੇ ਨਾਲ ਨਾਲ ਕਹਾਣੀ ਨੂੰ ਸਮਝਣਾ ਵੀ ਹੈ। ਜਿਸ ਦਿਨ ਤੋਂ ਪਾਸ਼ੀ ਨੇ ਇਸ ਨਵੇਂ ਸਕੂਲ ਵਿੱਚ ਦਾਖਲਾ ਲਿਆ ਸੀ ਉਸ ਦਾ ਉੱਕਾ ਹੀ ਮਨ ਨਹੀਂ ਸੀ ਲੱਗ ਰਿਹਾ। ਉਸਨੂੰ ਹਾਲੇ ਕੋਈ ਸਮਝ ਨਹੀਂ ਸੀ ਆ ਰਹੀ। ਉਸਦਾ ਨਵਾਂ ਸਾਥੀ ਅਜੇ ਕੋਈ ਬਣਿਆ ਨਹੀਂ ਸੀ। ਵੱਡੀ ਗੱਲ, ਹਾਲੇ ਉਸਦੀ ਪੜ੍ਹਾਈ ਵੀ ਸ਼ੁਰੂ ਨਹੀਂ ਸੀ ਹੋਈ। ਨਾ ਉਸਦਾ ਕਾਲਜ ਵਿੱਚ ਦਿਲ ਲੱਗਦਾ ਸੀ ਅਤੇ ਨਾ ਹੀ ਹੋਸਟਲ ਵਿੱਚ। ਕਈ ਵਾਰੀ ਤਾਂ ਉਹ ਸੋਚਦਾ ਕਿ ਸਕੂਲ ਛੱਡ ਕੇ ਘਰ ਭੱਜ ਜਾਵੇ, ਪਰ ਪੈਸੇ ਦੀ ਤੰਗੀ ਦੇ ਬਾਵਜੂਦ ਘਰਦਿਆਂ ਕੋਲੋਂ ਇੰਨਾ ਖਰਚਾ ਕਰਵਾ ਕੇ ਉਹ ਘਰ ਨੂੰ ਨਹੀਂ ਮੁੜ ਸਕਦਾ ਸੀ। ਪਾਸ਼ੀ ਸੋਚਾਂ ਵਿੱਚ ਡੁੱਬਿਆ ਹੋਇਆ ਸੀ। ਉਸਨੇ ਅਚਾਨਕ ਉੱਪਰ ਦੇਖਿਆ। ਉਹਦੇ ਨਾਲੋਂ ਵੱਧ ਪਰੇਸ਼ਾਨ ਇੱਕ ਪਤਲੇ ਅੰਗ ਦਾ ਉਸਦਾ ਹੀ ਜਮਾਤ ਦਾ ਮੁੰਡਾ ਸੀ ਜਿਹੜਾ ਉਸ ਵਾਂਗ ਹੀ ਸਦਾ ਚੁੱਪਚਾਪ ਰਹਿੰਦਾ ਸੀ। ਉਸ ਕੋਲ ਖੜਾ ਸੀ। ਉਹ ਉਸਨੂੰ ਬੇਹੱਦ ਸੁਨੱਖਾ ਅਤੇ ਮਿਲਾਪੜਾ ਜਾਪਿਆ। ਸੁਨੱਖਾ ਮਤਲਬ ਸਮਝਦਾਰ ਔਰ ਮਿਲਾਪੜਾ ਮੇਲ ਮਿਲਾਪ ਰੱਖਣ ਵਾਲਾ। ਉਸਨੂੰ ਉਹ ਇਸ ਤਰ੍ਹਾਂ ਦਾ ਲੱਗਿਆ। ਦੋਹਾਂ ਨੇ ਮਿਲ ਕੇ ਕਿੰਨੀ ਦੇਰ ਗੱਲਾਂ ਕੀਤੀਆਂ। ਦੋਹਾਂ ਦੇ ਮਨ ਦਾ ਬੋਝ ਕੁਝ ਹਲਕਾ ਜਿਹਾ ਹੋਇਆ। ਯਾਨੀ ਕਿ ਇਸ ਕਹਾਣੀ ਦੇ ਵਿੱਚ ਪਾਸ਼ੀ ਨਾਮ ਦਾ ਜੋ ਬੱਚਾ ਹੈ ਉਹ ਨਵਾਂ ਆਉਂਦਾ ਹੈ, ਸਕੂਲ ਵਿੱਚ ਦਾਖਲਾ ਲੈਂਦਾ ਹੈ। ਹਾਲੇ ਪੜ੍ਹਾਈ ਸ਼ੁਰੂ ਹੋਈ ਨਹੀਂ ਸੀ, ਇਸ ਕਰਕੇ ਉਸਦਾ ਮਨ ਲੱਗਦਾ ਨਹੀਂ ਨਵੇਂ ਸਕੂਲ ਦੇ ਵਿੱਚ ਅਤੇ ਉਸਦਾ ਕੋਈ ਵੀ ਸਾਥੀ ਨਹੀਂ ਸੀ। ਫਿਰ ਇੱਕ ਦਿਨ ਕੀ ਹੁੰਦਾ ਹੈ, ਇਸ ਤਰ੍ਹਾਂ ਹੀ ਉਹ ਸੋਚਾਂ ਵਿੱਚ ਡੁੱਬਿਆ ਹੁੰਦਾ ਹੈ ਤਾਂ ਉੱਪਰ ਦੇਖਦਾ ਉਸਦੇ ਕੋਲ ਹੀ ਇੱਕ ਪਤਲੇ ਜਿਹੇ ਉਸੇ ਤਰ੍ਹਾਂ ਹੀ ਪਤਲਾ ਜਿਹਾ ਇੱਕ ਮੁੰਡਾ ਉਸ ਕੋਲ ਖੜਾ ਹੁੰਦਾ ਹੈ ਜੋ ਉਸਨੂੰ ਸੁਨੱਖਾ ਅਤੇ ਮਿਲਾਪੜਾ ਜਿਹਾ ਲੱਗਦਾ ਹੈ ਅਤੇ ਉਹ ਉਸ ਨਾਲ ਗੱਲਾਂ ਕਰਦਾ ਹੈ ਅਤੇ ਦੋਨਾਂ ਵਿੱਚ ਦੋਸਤੀ ਹੋ ਜਾਂਦੀ ਹੈ। ਆਓ ਅੱਗੇ ਕਹਾਣੀ ਪੜ੍ਹਦੇ ਹਾਂ। ਉਸ ਦਿਨ ਤੋਂ ਬਾਅਦ ਨਾ ਪਾਸ਼ੀ ਇਕੱਲਾ ਸੀ ਅਤੇ ਨਾ ਹੀ ਛਿੰਦਾ। ਉਹ ਦੋਵੇਂ ਇੱਕ ਦੂਜੇ ਦਾ ਪਰਛਾਵੇਂ ਵਾਂਗ ਸਾਥ ਦਿੰਦੇ। ਲਾਇਬ੍ਰੇਰੀ ਜਾਂਦੇ ਜਾਂ ਹਾਕੀ ਗਰਾਊਂਡ ਵਿੱਚ, ਚੌੜੇ ਬਾਜ਼ਾਰ 'ਚ ਘੁੰਮਦੇ ਜਾਂ ਕਿਤਾਬਾਂ ਦੀ ਮਾਰਕੀਟ ਵਿੱਚ। ਹਮੇਸ਼ਾ ਇਹ ਜੋੜੀ ਇਕੱਠੀ ਹੀ ਦਿਖਾਈ ਦਿੰਦੀ। ਯਾਨੀ ਕਿ ਦੋਨੋਂ ਪੱਕੇ ਦੋਸਤ ਬਣ ਗਏ। ਕਦੇ ਕਦਾਈ ਹੋਸਟਲ ਵਾਰਡਨ ਦੀ ਆਗਿਆ ਲੈ ਕੇ ਉਹ ਨਵੇਂ ਬਣੇ ਆਰਤੀ ਥੀਏਟਰ ਵਿੱਚ ਕੋਈ ਨਵੀਂ ਲੱਗੀ ਪਿਕਚਰ ਦੇਖਣ ਤੁਰ ਜਾਂਦੇ। ਵਾਪਸ ਆਉਂਦੇ ਹੋਏ ਐਕਟਰ ਐਕਟਰੈਸਾਂ ਦੀ ਚਰਚਾ ਛੇੜ ਕੇ ਸੋਹਣਾ ਹਾਸਾ ਠੱਠਾ ਹੁੰਦਾ। ਹਾਸਾ ਠੱਠਾ ਮਤਲਬ ਮਖੌਲ। ਜੇ ਤੈਨੂੰ ਆਪਣੇ ਪਿੰਡ ਹੀ ਸਾਕ ਕਰਾ ਦੇਵਾਂ ਛਿੰਦਿਆ, ਫਿਰ ਤਾਂ ਮੰਨੇਗਾ ਮੈਨੂੰ ਆਪਣਾ ਗੁਰੂ। ਪਾਸ਼ੀ ਉਸਨੂੰ ਛੇੜਦਾ। ਪਾਸ਼ੀ ਮਤਲਬ ਛਿੰਦੇ ਨੂੰ ਕਹਿੰਦਾ ਕਿ ਮੈਂ ਤੇਰਾ ਜੋ ਸਾਕ ਹੈ, ਸਾਕ ਹੁੰਦਾ ਵਿਆਹ ਜਾਂ ਰਿਸ਼ਤਾ, ਮੈਂ ਆਪਣੇ ਹੀ ਪਿੰਡ ਵਿੱਚ ਕਰਾ ਦਿਆਂ ਤਾਂ ਫਿਰ ਤੂੰ ਮੈਨੂੰ ਆਪਣਾ ਗੁਰੂ ਬਣਾ ਲਏਗਾ। ਤਾਂ ਛਿੰਦਾ ਕਹਿੰਦਾ ਹੈ ਨਾ ਬਾਬਾ ਨਾ, ਮੈਨੂੰ ਤਾਂ ਲੱਗਦਾ ਹੈ ਆਪਣੇ ਸੰਜੋਗ ਹੀ ਇੱਧਰ ਲਿਖੇ ਨਹੀਂ ਲੱਗਦੇ। ਜਦੋਂ ਪੜ੍ਹਦੇ ਪੜ੍ਹਦੇ ਉਹ ਅੱਕ ਜਾਂਦੇ ਤਾਂ ਹੋਸਟਲ ਦੇ ਨਾਲ ਲੱਗਦੇ ਰੋਜ਼ ਗਾਰਡਨ ਵਿੱਚ ਟਹਿਲਣ ਤੁਰ ਜਾਂਦੇ। ਕਦੇ ਕਦੇ ਛਿੰਦੇ ਦਾ ਮਨ ਅਕਾਰਨ ਹੀ ਬੇਆਰਾਮ ਹੋ ਜਾਂਦਾ ਅਤੇ ਉਹ ਇਸ ਦੇਸ਼ ਛੱਡ ਕੇ ਪਰਦੇਸ ਨੱਠ ਜਾਣ ਬਾਰੇ ਗੱਲ ਤੋਰ ਦਿੰਦਾ। ਬੇਆਰਾਮ ਮਤਲਬ ਉਸਨੂੰ ਅਕਾਰਨ ਹੀ, ਬਿਨਾਂ ਕਿਸੇ ਕਾਰਨ ਤੋਂ ਬੇਆਰਾਮ ਜਿਹਾ ਹੋ ਜਾਂਦਾ ਉਹ ਅਤੇ ਉਸਨੂੰ ਕਿਸ ਦੀ ਯਾਦ ਆ ਜਾਂਦੀ? ਪਰਦੇਸ ਜਾਣ ਦੀ। ਪਾਸ਼ੀ ਜੇ ਆਪਾਂ ਦੋਵੇਂ ਬਾਹਰਲੇ ਮੁਲਕ ਨੂੰ ਉੱਡ ਚੱਲੀਏ ਤਾਂ ਨਹੀਂ ਠੀਕ? ਉਹ ਕੁਐਸਚਨ ਕਰਦਾ ਹੈ। ਨਾ ਬਈ ਨਾ, ਆਪਾਂ ਤਾਂ ਇੱਥੇ ਹੀ ਚੰਗੇ ਹਾਂ, ਦੇਸੀ ਬੰਦੇ। ਪਾਸ਼ੀ ਬੜੀ ਤਸੱਲੀ ਨਾਲ ਆਖਦਾ ਹੈ। ਇਸ ਦਾ ਮਤਲਬ ਇਹ ਹੈ ਕਿ ਪਾਸ਼ੀ ਜੋ ਹੈ ਉਹ ਇੱਥੇ ਹੀ ਰਹਿਣਾ ਚਾਹੁੰਦਾ ਹੈ। ਕੀ ਕਰੇਗਾ ਇੱਥੇ? ਬੇਰੁਜ਼ਗਾਰ ਭਟਕਦਾ ਫਿਰੇਗਾ ਤੂੰ ਵੀ ਬਾਕੀ ਮੁੰਡਿਆਂ ਵਾਂਗੂ। ਨਹੀਂ ਨਹੀਂ, ਇੰਨਾ ਮਾੜਾ ਨਹੀਂ ਇਹ ਮੁਲਕ ਛਿੰਦਿਆ। ਇੱਥੇ ਪੜ੍ਹੂੰਗਾ, ਪੜ੍ਹਾਊਂਗਾ ਮੈਂ। ਨਾਲੇ ਸਾਰੇ ਹੀ ਥੋੜ੍ਹੇ ਬੇਰੁਜ਼ਗਾਰ ਘੁੰਮਦੇ ਨੇ। ਆਪਣਾ ਦੇਸ਼ ਤਾਂ ਆਪਣਾ ਹੀ ਦੇਸ਼ ਹੈ ਭਰਾਵਾ। ਅੱਛਾ ਅੱਛਾ, ਕਿਤਾਬਾਂ ਨਾਲ ਮੱਥਾ ਮਾਰ ਕੇ ਤੂੰ ਅੱਕਿਆ ਨਹੀਂ ਅਜੇ? ਨਹੀਂ ਛਿੰਦਿਆ, ਪੜ੍ਹਨਾ ਪੜ੍ਹਾਉਣਾ ਤਾਂ ਇਸ ਰੋਜ਼ ਗਾਰਡਨ 'ਚ ਵਿਚਰਨ ਵਾਂਗੂ ਹੈ। ਅੱਕਣ ਥੱਕਣ ਦੀ ਇਹਦੇ 'ਚ ਕਿਹੜੀ ਗੱਲ ਹੈ?
ਇੱਕ ਦੂਜੇ ਦੇ ਨਿੱਘੇ ਸਾਥ ਕਾਰਨ ਅਤੇ ਹੋਰ ਸਾਥੀਆਂ ਨਾਲ ਮੇਲ ਮਿਲਾਪ ਕਰਕੇ 2 ਲੰਬੇ ਸਾਲ ਵੀ ਦਿਨਾਂ ਵਿੱਚ ਹੀ ਲੰਘ ਗਏ। ਅੱਜ ਸਕੂਲ ਦਾ ਸਾਲਾਨਾ ਫੰਕਸ਼ਨ ਸੀ। ਸਾਲਾਨਾ ਮਤਲਬ ਸਾਲ ਬਾਅਦ ਹੋਣ ਵਾਲਾ ਐਨੂਅਲ ਫੰਕਸ਼ਨ ਜਿਹਨੂੰ ਤੁਸੀਂ ਕਹਿੰਦੇ ਹੋ। ਅੱਜ ਦੇ ਦਿਨ ਉਹਨਾਂ ਦਾ ਐਨੂਅਲ ਫੰਕਸ਼ਨ ਸੀ। 2 ਸਾਲਾਂ ਵਿੱਚ ਇਹ ਚੁੱਪਚਾਪ ਰਹਿਣ ਵਾਲੇ ਮੁੰਡੇ ਵੀ ਕਾਫੀ ਨਿਖਰ ਆਏ ਸੀ। ਪਾਸ਼ੀ ਪੜ੍ਹਾਈ ਵਿੱਚ ਮੰਨਿਆ ਹੋਇਆ ਸੀ ਅਤੇ ਛਿੰਦਾ ਗਾਉਣ ਵਜਾਉਣ ਅਤੇ ਭੰਗੜਾ ਪਾਉਣ ਵਿੱਚ। ਯਾਨੀ ਦੋਨੋਂ ਜੋ ਸੀ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਮਸ਼ਹੂਰ ਹੋ ਗਏ ਸੀ। ਪਾਸ਼ੀ ਨੂੰ ਪਿਛਲੇ ਸਾਲ +1 ਦੇ ਇਮਤਿਹਾਨਾਂ ਵਿੱਚੋਂ ਫਸਟ ਆਉਣ ਕਰਕੇ ਅੱਜ ਇਨਾਮ ਮਿਲਣਾ ਸੀ ਅਤੇ ਛਿੰਦੇ ਨੂੰ ਪੰਜਾਬੀ ਨਾਚ ਵਿੱਚ ਧੂੰਮਾਂ ਪਾਉਣ ਕਰਕੇ। ਹਾਲ ਵਿੱਚ ਬੈਠੇ ਸਾਰੇ ਮੁੰਡੇ ਕੁੜੀਆਂ ਛਿੰਦੇ ਦੇ ਗੀਤਾਂ 'ਤੇ ਝੂਮਣ ਲੱਗ ਪਏ ਸਨ। ਖਾਸ ਕਰਕੇ ਉਸ ਗੀਤ 'ਤੇ ਕੂੰਜਾਂ ਨੇ ਉੱਡ ਜਾਣਾ। ਸਮਾਗਮ ਤੋਂ ਮਗਰੋਂ ਫ੍ਰੀ ਹੋਏ ਮੁੰਡੇ ਤੇ ਕੁੜੀਆਂ ਅਲੱਗ-ਅਲੱਗ ਟੋਲੀਆਂ ਬਣਾਈ ਹਾਲ ਮੂਹਰੇ ਉਦਾਸ ਖੜ੍ਹੇ ਸਨ, ਪਰ ਪਾਸ਼ੀ ਤੇ ਛਿੰਦਾ ਤਾਂ ਬੇਹੱਦ ਨਿਰਾਸ਼ ਸਨ। ਦੋਵੇਂ ਕੀ ਸੀਗੇ? ਬੇਹੱਦ ਨਿਰਾਸ਼ ਸੀ। ਛਿੰਦਿਆ, ਤੂੰ ਸੱਚੀ ਮੁੱਚੀ ਉੱਡ ਚੱਲਿਆ? ਮੇਰੇ ਇਕੱਲੇ ਦਾ ਇੱਥੇ ਮਨ ਕਿਵੇਂ ਲੱਗੂ ਸੁੰਨ ਮਸਾਣ ਵਿੱਚ। ਸੁੰਨ ਮਸਾਣ ਮਤਲਬ ਚੁੱਪਚਾਪ ਵਿੱਚ। ਪਾਸ਼ੀ ਨੇ ਛਿੰਦੇ ਦਾ ਹੱਥ ਘੁੱਟਦਿਆਂ ਕਿਹਾ। ਹਜ਼ਾਰਾਂ ਕੋਹਾਂ 'ਤੇ ਵਸਦੇ ਨੂੰ ਵੀ ਆਪਣੇ ਹਮੇਸ਼ਾ ਕੋਲ ਹੀ ਸਮਝੀ ਬਾਈ, ਨਾਲੇ ਬਾਗ ਵੀ ਕਦੇ ਸੁੰਨੇ ਹੁੰਦੇ ਨੇ। ਉਸ ਨੂੰ ਹੌਸਲਾ ਦਿੰਦਾ ਵੀ ਮੈਂ ਇੰਨੀ ਦੂਰ ਵੀ ਚਲਾ ਜਾਵਾਂ, ਹਜ਼ਾਰਾਂ ਕੋਹਾਂ ਮਤਲਬ ਹਜ਼ਾਰਾਂ ਮੀਲਾਂ ਦੂਰ ਵੀ ਚਲਾ ਜਾਵਾਂ ਤਾਂ ਵੀ ਮੈਨੂੰ ਤੂੰ ਆਪਣੇ ਕੋਲ ਹੀ ਸਮਝੀ। ਛਿੰਦੇ ਨੇ ਕੋਮਲ ਭਾਵਾਂ ਨੂੰ ਛੁਪਾਉਣ ਲਈ ਮੂੰਹ ਦੂਜੇ ਪਾਸੇ ਨੂੰ ਘੁਮਾ ਲਿਆ। ਉਸ ਨੂੰ ਕੈਨੇਡਾ ਵਸਦੇ ਉਹਦੇ ਭਰਾ ਨੇ ਉੱਧਰ ਬੁਲਾ ਲਿਆ ਸੀ, ਪਰ ਪਾਸ਼ੀ ਨੇ ਹਲੇ ਪੜ੍ਹਾਈ ਦਾ ਲੰਬਾ ਸਫ਼ਰ ਤੈਅ ਕਰਨਾ ਸੀ। ਪਾਸ਼ੀ ਦੇ ਮਨ ਨੂੰ ਇੱਕ ਤਸੱਲੀ ਜ਼ਰੂਰ ਸੀ ਕਿ ਪੜ੍ਹ ਲਿਖ ਕੇ ਉਹ ਜੋ ਹੋ ਸਕਿਆ ਆਪਣੇ ਦੇਸ਼ ਵਿੱਚ ਹੀ ਕਰੇਗਾ। ਤਾਂ ਇਹ ਸੀ 2 ਦੋਸਤਾਂ ਦੀ ਕਹਾਣੀ, ਜਿਸ ਵਿੱਚ ਇੱਕ ਜੋ ਹੈ ਪੜ੍ਹ ਲਿਖ ਕੇ ਆਪਣੇ ਹੀ ਦੇਸ਼ ਵਿੱਚ ਕੰਮ ਕਰਨਾ ਚਾਹੁੰਦਾ ਹੈ ਅਤੇ ਜੋ ਦੂਜਾ ਹੈ ਉਹ ਬਾਹਰਲੇ ਮੁਲਕ ਜਾ ਕੇ ਪੈਸਾ ਕਮਾਉਣਾ ਚਾਹੁੰਦਾ ਹੈ। ਔਖੇ ਸ਼ਬਦਾਂ ਦੇ ਅਰਥ ਪੜ੍ਹ ਲੈਣਾ। ਅਤੇ ਆਈ ਹੋਪ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਏਗੀ। ਇਸ ਨੂੰ ਵੀ ਇੱਕ ਵਾਰੀ ਜ਼ਰੂਰ ਖੁਦ ਵੀ ਪੜ੍ਹ ਲੈਣਾ ਅਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਇਸ ਦਾ ਬੁੱਕ ਪਾਰਟ। ਧੰਨਵਾਦ।